सत श्री अकाल सब ਨੂੰ बहुत बहुत प्यार सब च बैठे परमात्मा ਨੂੰ मेरा नमस्कार। गल आप अज करनी कनेडा की वीडियो मैं लंबी भी कर सकदा पर कोशिश करूँगा कि शॉर्ट दे विच ही गल करदे आ। वो गल हैगी आ मेन मुद्दे दी अज जिहड़े कनेडा टूरिस्ट वीज़े ते इत्थे आए हुए ने अपने फैमिली मैंबरस कोले आए आ, रिश्तेदारां कोले आए आ, भैन भाइयां कोले आए ने, उन्हां दे वास्ते की अपॉर्चुनिटी आ ਉਹਦੀ ਗੱਲ ਆਪਾਂ करनी आ। स्टूडेंट आ ਜਿਹੜੇ मैं स्टूडेंट भी इत्थे अपने आउंदे आ, तुसी एजुकेशन लै रहे हो, पर गल एक पता की आ ਜਿਹੜਾ भेड़ चाल है ना, भेड़ चाल अपने वो चीज़ काम खराब करती है। चाहे तुसी पढ़े लिखे लोग हो, तुसी स्टूडेंट हो, इत्थे तुसी पढ़ाई लिखाई कर रहे हो, थोनू नॉलेज मिल रही है हरेक चीज़ की, पर तुसी ग्रैब नहीं करते। ग्रैब क्यों नहीं करते? ਉਹਦਾ भी कारण आ। ਉਹਦਾ कारण है कि फीसां बहुत ਵੱਧ ਆ ਇੱਥੇ। ਬੱਚਾ ਆਉਂਦਾ ਸਾਲ ਦਾ, ਕਿਸੇ ਕੋਲੇ ਕੋਰਸ ਆ, ਕਿਸੇ ਕੋਲ 2 ਸਾਲ ਦਾ, ਕਿਸੇ ਕੋਲ 3 ਸਾਲ ਦਾ। ਪੜ੍ਹਾਈ ਇੰਨੀ ਮਹਿੰਗੀ ਆ ਕਿ ਉਹਨੂੰ ਟਾਈਮ ਨਹੀਂ ਮਿਲਦਾ ਬੱਚੇ ਨੂੰ ਕਿ ਉਹ ਕਿਸੇ ਹੋਰ ਪਾਸੇ ਵੀ ਸੋਚ ਵਿਚਾਰ ਕਰ ਸਕੇ। ਇਸ ਕਰਕੇ ਜਿਹੜੀ ਗੱਲਬਾਤ ਹੈਗੀ ਆ ਕਿ ਉਹ ਵਿਚਾਰੇ ਜੌਬਾਂ ਦੇ ਵਿੱਚ ਹੀ ਰਹਿੰਦੇ ਆ। ਉਹਨਾਂ ਨੂੰ ਬਸ ਇਹ ਹੁੰਦਾ ਕਿ ਮੈਨੂੰ $1 $2 $3 ਵੱਧ ਕਿੱਥੇ ਮਿਲੂਗਾ। ਮੈਨੂੰ ਆਵਾਜ਼ ਦਾ ਨਹੀਂ ਪਤਾ ਹੁਣ ਮੇਰੀ ਕਿੱਦਾਂ ਹੋ ਰਹੀ, ਕਿਉਂਕਿ ਹਵਾ ਚੱਲ ਰਹੀ ਆ, ਆਸ ਕਰਦਾ ਠੀਕ ਹੋਊਗੀ। ਸੋ ਬਹੁਤੀ ਗੱਲ ਨਾ ਕਰਦੇ ਹੋਏ ਉਹ ਇਸ ਗੱਲ ਦੇ ਵਿੱਚ ਉਲਝੇ ਰਹਿੰਦੇ ਆ। ਅਵੇਅਰਨੈਸ ਦੀ ਘਾਟ ਆ। ਦੇਖੋ ਟੂਰਿਸਟ ਵੀਜ਼ੇ ਤੁਸੀਂ ਇੱਥੇ ਆਉਂਦੇ ਹੋ, ਆ ਕੇ ਕਿਵੇਂ ਉਹਨੂੰ PR ਦੇ ਵਿੱਚ ਕਨਵਰਟ ਕਰਨਾ, ਜਾਂ ਵਰਕ ਪਰਮਿਟ 'ਤੇ ਲੋਕ ਆਉਂਦੇ ਆ, ਸਟੂਡੈਂਟ ਆਉਂਦੇ ਆ। ਆਪਣੇ ਇੱਥੇ ਬਹੁਤ लोग है ਜਿਹੜੇ ਸਲਾਹਾਂ ਦਿੰਦੇ ਆ, ਐਡਵੋਕੇਟ ਆ, ਕੰਸਲਟੈਂਟ ਏਜੰਸੀਆਂ ਖੋਲ੍ਹੀਆਂ ਹੋਈਆਂ ਲੋਕਾਂ ਦੀਆਂ। ਉਹਨਾਂ ਨੇ ਤੁਹਾਨੂੰ ਉਹੀ ਸਲਾਹ ਦੇਣੀ ਹੈ ਕਿ ਜਿੱਥੇ ਉਹਨਾਂ ਨੂੰ 4 ਪੈਸੇ ਬਣਨਗੇ, ਤੇ ਉਹ ਕਦੇ ਐਡਵਾਈਜ਼ ਨਹੀਂ ਕਰਦੇ ਤੁਹਾਨੂੰ ਕਿ ਤੁਸੀਂ ਕੋਈ ਉਹ ਰਾਹ ਫੜੋ ਜਿੱਥੇ ਉਹਨਾਂ ਨੂੰ ਪੈਸੇ ਨਹੀਂ ਬਣਨ। ਉਹਨਾਂ ਨੇ ਤੁਹਾਨੂੰ ਹਮੇਸ਼ਾ ਗਾਈਡ ਉਹੀ ਕਰਨਾ ਕਿ ਜਿੱਥੇ ਉਹਨਾਂ ਦੇ 10 15 ਹਜ਼ਾਰ $20,000 ਖਰੇ ਹੋਣ। ਬਸ ਇਹ ਉਹਨਾਂ ਦਾ ਟਾਰਗੇਟ ਆ। ਸੋ चलो ठीक आ, ਜਿਹੜੇ नहीं कर सकते अपने आप वो जा सकते ਉਹਨਾਂ ਕੋਲੇ। ਉਹਨਾਂ ਨੂੰ खुली छुट्टी है, खुले दरवाजे ਉਹਨਾਂ ਦੇ, ਜਿਹੜਾ मर्जी जाओ, ਉਹ ਕਿਹੜਾ ਕਿਸੇ ਨੂੰ ਬੁਲਾਉਂਦੇ ਆ। ਹੁਣ ਸਵਾਲ ਪੈਦਾ ਹੁੰਦਾ ਕਿ ਤੁਸੀਂ ਵਿਜ਼ਟਰ ਆ ਗਏ ਇੱਥੇ, ਤੁਸੀਂ ਰਹਿਣਾ ਚਾਹੁੰਦੇ ਹੋ ਇੱਥੇ ਕਿ ਕਿਵੇਂ ਰਹਿਣਾ ਇੱਥੇ। ਤੁਸੀਂ LMIA ਦੀ ਭਾਲ 'ਚ ਫਿਰਦੇ ਹੋ। ਜ਼ਿਆਦਾਤਰ ਆਪਣੇ ਦੇਸੀ ਬੰਦਿਆਂ ਕੋਲੇ ਜਾਂਦੇ ਆ ਲੋਕ, कोई 25,000 कहता, कोई 40,000 कहता, ਅੱਡ विशा, ਜਿਹੋ ਜਿਹਾ ਕਾਰੋਬਾਰ ਉਹੋ ਜੀ ਗੱਲਬਾਤ। ਪਰ ਜਿੱਥੇ ਭੇਟਾ ਚੜ੍ਹ ਜਾਵੇ ਬੰਦਾ, ਉਹਨਾਂ ਨੇ ਇਹ ਨਹੀਂ ਦੇਖਣਾ ਕਿ ਮੇਰੇ ਕੰਮ ਦੇ ਉੱਤੇ ਮੈਨੂੰ ਹੈਲਪ ਮਿਲੂਗੀ, ਮੈਨੂੰ ਗੌਰਮੈਂਟ ਨੇ ਅਥਾਰਟੀ ਦੇ ਦਿੱਤੀ ਆ ਕਿ ਭਾਈ ਤੂੰ ਬੰਦਾ ਬਾਹਰੋਂ ਹਾਇਰ ਕਰ ਸਕਦਾ। ਉਹ ਉਸ ਚੀਜ਼ ਦੇ ਨਾਲ ਉਹਨਾਂ ਦਾ ਕੋਈ ਕੰਸਰਨ ਨਹੀਂ ਹੈ ਲੋਕਾਂ ਦਾ। ਸੋ ਇਸ ਕਰਕੇ ਉਹ ਪੈਸਾ ਮੰਗਦੇ ਤੇ ਲੋਕ ਆਪਣੇ ਦਿੰਦੇ ਆ, ਨੋ ਡਾਊਟ। ਜਿਹੜੀ ਮੇਰੀ ਰਿਸਰਚ ਆ इस टॉपिक के उत्ते, टूरिस्ट वीज़े के उत्ते, कनेडियन जॉब बैंक आ ना, जॉब बैंक कनेडा जी तुसी उत्थे जाओ, उत्थे तुसी रिसर्च करनी है एक टैंपरेरी फॉरनर वर्कर्स। जो तुसी वो कैटागरी नू सिलेक्ट करोगे, उहदे विच रिसर्च करोगे, तो तुहानू इन्नियां जॉबां पईयां जिन्हां दे विच लीमिया अगलियां कोले हैगी, LMIA जिन्हों कह लैंदे आपां, वो अगलियां कोले हैगी आ। वो कल्ले ये नहीं है कि अपने इंडियन लोग आ, गोरे आ ਜਿਹੜੇ ਇੱਥੇ, ਜਿਹੜੇ वाकई ही उस चीज़ ਨੂੰ मतलब जो उन्होंने काम किया, परमिशन लिती आ, ਉਹਦੇ ਹਿਸਾਬ ਨਾਲ ਕਰਦੇ ਆ। मैं देखो कोई जॉब करनी आया इत्थे ना, मैं रहन आया। जे मैं रहना चाहवां तो मैं मेरे को मिनट एक दिन आ मेरा, है ना, 2 घंटे ਦੇ ਵਿੱਚ मैं कागज़ अप्लाई करूँगा, शाम तक मैनू डिपार्टमेंट कहूगा हाँ जी तुसी रजिस्टर हो गए। पर मैं वो भी थोनू गल दसूँगा ਉਹਦਾ की सिस्टम आ। ਹੁਣ ਇੱਥੇ ਜਿਹਨੇ जॉब करनी, ਜਿਹਦੇ ਕੋਲ ਇੰਨਾ फंड नहीं हैगा, आई अंडरस्टैंड टोटली कि ਜਿਹੜੀ LMIA ਦੀ ਜਿਹੜੀ फीस है, एक्चुअल फीस है ਜਿਹੜੀ, ਜੇ ਤੁਹਾਨੂੰ ਉਹ पता लग जाए ਤੁਸੀਂ ਕਦੇ भी इन्ने पैसे ना ਦਿਓ। पर हाँ एक लालच होंदा बंदे नूं कि बई मैं इत्थे सैट हो जाऊँगा, चलो इन्हां दे जरिए आपां
ਮੈਨੂੰ ਵਰਕ ਪਰਮਿਟ ਮਿਲ ਜੂ, ਫਿਰ ਮੈਂ PR ਅਪਲਾਈ ਕਰ ਦੂੰ, ਅੱਗੇ ਦੀ ਸੈਟਲਮੈਂਟ ਹੋ ਜੂ। ਇੱਕ 2-4 ਸਾਲਾਂ ਦੀ ਗੱਲ ਹੈਗੀ ਆ। ਇਨਵੈਸਟਮੈਂਟ ਜਿਹੜੀ ਫਿਜ਼ੀਕਲੀ ਵੀ ਮੈਂ ਕਰਨੀ ਆ, ਪਰ ਫਾਈਨੈਂਸ਼ੀਅਲੀ ਵੀ ਕਰਨੀ ਆ। ਉਸ ਤੋਂ ਬਾਅਦ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਫਿੱਟ ਹੋ ਜੂ। ਬਿਲਕੁਲ ਤੁਸੀਂ ਹੋ ਜਾਓਗੇ, ਨੋ ਡਾਊਟ। ਪਰ ਤੁਸੀਂ ਜੋ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਡਿਪੈਂਡ ਕਿਉਂ ਕਰਦੇ ਹੋ ਕਿਸੇ 'ਤੇ? ਤੁਸੀਂ ਆਪਣੇ ਆਪ ਕਿਉਂ ਨਹੀਂ ਕਰਦੇ? ਹੁਣ ਮੈਂ ਓਨਟਾਰੀਓ ਦੇ ਵਿੱਚ ਆ, ਸਰਵਿਸ ਓਨਟਾਰੀਓ 'ਤੇ ਜਾਓ ਤੁਸੀਂ, ਉਹਨਾਂ ਦੇ ਪੋਰਟਲ 'ਤੇ ਤੁਹਾਨੂੰ ਸਾਰੀ ਜਾਣਕਾਰੀ ਆ ਕਿ ਤੁਸੀਂ ਆਪਣਾ ਕਾਰੋਬਾਰ ਕਿਵੇਂ ਕਰ ਸਕਦੇ ਹੋ, ਕਿੰਨਾ ਖਰਚਾ ਉਹਦੇ ਉੱਤੇ। ਅਤੇ ਦੂਜੀ ਗੱਲ, ਜੋਬ ਬੈਂਕ ਕੈਨੇਡਾ, ਉਹਦੇ ਉੱਤੇ ਜਾਓ। ਤੁਹਾਡੇ ਜਿਹੜੇ ਰਿਸ਼ਤੇਦਾਰ ਆ, ਭੈਣ ਭਾਈ ਆ, ਉਹਨਾਂ ਨੂੰ ਕਹੋ ਕਿ ਭਾਈ ਮੈਨੂੰ ਨਹੀਂ ਪਤਾ ਕਿ ਮੈਂ ਜੋਬ ਕਿਵੇਂ ਸਰਚ ਕਰਾਂ, ਜਾਂ ਰੈਜ਼ਿਊਮੇ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਤੁਹਾਡਾ ਬਾਇਓਡਾਟਾ, ਉਹ ਕਿਵੇਂ ਬਣਾਉਣਾ, ਉਹ ਬਣਾ ਲਓ ਇੱਕ, ਹੈ ਨਾ। ਉਹਨਾਂ ਤੋਂ ਮਦਦ ਲਓ। ਪ੍ਰੋਫੈਸ਼ਨਲ ਵੀ ਹੈਗੇ ਇੱਥੇ ਜਿਹੜੇ ਬਣਾਉਂਦੇ ਆ, ਪਰ ਐਡੀ ਲੋੜ ਨਹੀਂ ਹੈ। ਕਿਉਂਕਿ ਹੁਣ ਜਿਹੜਾ ਫਾਰਮਿੰਗ ਜੋਬ ਆ, ਮੈਂ ਦੇਖਦਾ ਇੱਥੇ ਇੰਨੇ ਫਾਰਮਿੰਗ ਜੋਬ ਨੇ, ਕੋਈ ਫਾਰਮ ਲੇਬਰ ਵਰਕਰ ਤੋਂ ਲੈ ਕੇ ਸੁਪਰਵਾਈਜ਼ਰ ਤੱਕ ਹਰੇਕ ਤਰ੍ਹਾਂ ਦੇ ਕੰਮ ਇੱਥੇ ਡਿਮਾਂਡ ਦੇ ਵਿੱਚ ਆ। ਉਹਨਾਂ ਦੇ ਕੋਲ ਪਰਮਿਸ਼ਨਾਂ ਨੇ, ਉਹ ਚਾਹੁੰਦੇ ਆ, ਉਹਨਾਂ ਕੋਲ ਜਾਂਦੇ ਨਹੀਂ ਲੋਕ। ਸੋ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ। ਕਈਆਂ ਦੇ ਡਾਇਰੈਕਟ ਨੰਬਰ ਦਿੱਤੇ ਹੋਏ ਆ, ਐਡਰੈਸ ਦਿੱਤੇ ਹੋਏ ਆ ਕਿ ਸਿੱਧੇ ਤੁਸੀਂ ਆਓ ਸਾਡੇ ਕੋਲ ਅਪਲਾਈ ਕਰ ਜਾਓ, ਗੱਲਬਾਤ ਕਰ ਜਾਓ। LMIA ਉਹਨਾਂ ਕੋਲ ਹੈਗੀਆਂ ਨੇ, ਤੁਸੀਂ ਐਗਰੀ ਹੋ ਗਏ, ਤੁਹਾਡਾ ਸੈਟਲਮੈਂਟ ਹੋ ਗਈ ਉਹਨਾਂ ਨਾਲ, ਤੁਹਾਡਾ ਰੁਪਈਆ ਇੱਕ ਨਹੀਂ ਲੱਗਣਾ ਤੁਹਾਨੂੰ। ਉਹ ਜੈਨੂਅਨ ਜਿਹੜੀ ਫੀ ਹੈਗੀ ਆ ਮਿਨੀਮਮ $15, $16, ਕਈ $18 ਵੀ ਦਿੰਦੇ ਆ। ਉਹ ਜੋਬ ਤੁਸੀਂ ਲੈ ਸਕਦੇ ਹੋ। ਉਹ ਜੋਬ ਜਦੋਂ ਤੁਹਾਡੇ ਕੋਲ ਆ ਗਈ ਤਾਂ ਤੁਹਾਨੂੰ ਪਤਾ ਕਿ ਤੁਸੀਂ, ਹੁਣ ਤਾਂ ਇਹਨਾਂ ਨੇ ਹੋਰ ਵੀ ਸੌਖਾ ਕਰਤਾ ਕਿ ਔਨਲਾਈਨ ਤੁਸੀਂ ਅਪਲਾਈ ਕਰ ਦਿਓ। ਅੱਗੇ ਤਾਂ ਬਾਰਡਰ 'ਤੇ ਜਾਣਾ ਪੈਂਦਾ ਸੀ, ਹੁਣ ਉਹ ਚੱਕਰ ਵੀ ਖ਼ਤਮ ਕੀਤਾ ਹੋਇਆ। ਜੋ ਰਿਪੋਰਟ ਆ, ਅਤੇ ਗੋਰਿਆਂ ਦੀ ਕੰਪਨੀ ਕੋਲ ਜਾਓ ਜਿੱਥੇ ਤੁਹਾਨੂੰ ਇੱਕ ਜੈਨੂਅਨ ਜੋਬ ਮਿਲੇ, ਠੱਗੀ ਵਾਲੀ ਜੋਬ ਨਾ ਮਿਲੇ। ਇੱਥੇ ਠੱਗੀ ਜੋਬ ਤੁਹਾਨੂੰ ਸਭ ਨੂੰ ਪਤਾ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ 25-25, 30-30 ਹਜ਼ਾਰ, 40-40 ਹਜ਼ਾਰ ਮੰਗਦੇ ਆ। ਉਹ ਫਿਰ ਠੱਗੀ ਜੋਬ ਆ, ਉਹ ਕਿ ਤੁਹਾਨੂੰ ਸੈੱਟ ਕਰਾ ਦਿੰਦੇ ਆ ਅੰਦਰੋਂ ਅੰਦਰ ਹੀ ਨਾ, ਅੰਡਰ ਟੇਬਲ ਜਿਹਨੂੰ ਕਹਿ ਦਿੰਦੇ ਆਪਾਂ। ਉਹ ਕੰਮ ਕਰਨ ਦੀ ਲੋੜ ਨਹੀਂ। ਜਦੋਂ ਤੁਹਾਨੂੰ ਮੁਲਕ ਇਜਾਜ਼ਤ ਦਿੰਦਾ, ਲੋਕਾਂ ਕੋਲੇ ਸਿਸਟਮ ਪਿਆ, ਅਤੇ ਉਹ ਕਰਾ ਸਕਦੇ ਆ ਤੁਹਾਡਾ ਕੰਮ, ਅਤੇ ਉਹਦੇ ਵਿੱਚ ਤੁਸੀਂ ਜਾਓ, ਨਾ ਕਿ ਏਜੰਟਾਂ ਕੋਲ ਜਾ ਕੇ ਇੰਨਾ ਪੈਸਾ ਦੇ ਕੇ ਖਰਾਬ ਹੁੰਦੇ ਆ। ਫਿਰ ਵੀ ਮੈਂ ਕਿਸੇ ਦੇ ਕੋਲ ਬੈਠਾ ਸੀਗਾ, ਮੈਂ ਸਪੈਸ਼ਲੀ ਪੈਸੇ ਖਰਚੇ, ਮੈਨੂੰ ਕੋਈ ਲੋੜ ਨਹੀਂ ਸੀਗੀ, ਜਸਟ ਦੇਖਣ ਵਾਸਤੇ ਕਿ ਕਿਵੇਂ ਸਿਸਟਮ ਕਿਵੇਂ ਕੰਮ ਕਰਦਾ। ਮੈਂ ਗਿਆ, ਮੈਂ ਕੁਛ ਪੈਸੇ ਵੀ ਦਿੱਤੇ ਉਹਨਾਂ ਨੂੰ, ਗੱਲਬਾਤ ਕੀਤੀ ਉਹਨਾਂ ਨਾਲ ਸਾਰੀ। ਰੈਪੂਟੇਟਡ ਬੰਦਾ ਸੀ ਬੰਦਾ ਉਹ, ਪਰ ਜੇ ਮੈਂ ਕਹਾਂ ਉਹਨੇ ਵੀ ਪੈਸੇ ਫੜੇ, ਜੇਬ 'ਚ ਪਾ ਲਏ, ਨਾ ਕੋਈ ਰਸੀਦ, ਨਾ ਕੋਈ ਲੈਣਾ, ਨਾ ਕੋਈ ਦੇਣਾ। ਇਹ ਕੰਮ ਆ ਇੱਥੇ। ਚਲੋ ਇੱਥੇ ਲੋਕ ਕਰਦੇ ਆ, ਮੈਂ ਤਾਂ ਜਸਟ ਇੱਕ ਸਮਝ ਲਓ ਕਿ ਧਰਮ ਖਾਤੇ ਪੈਸੇ ਪਾਉਣ ਗਿਆ ਸੀਗਾ ਕਿ ਖਰਚ ਕਰੇ, ਇਹ ਦੇਖ ਆਈਏ ਨਾ, ਇੱਕ ਐਕਸਪੀਰੀਅੰਸ ਲਿਆਈਏ। ਅਤੇ ਉਹ ਮੈਂ ਕੀਤਾ, ਮੈਨੂੰ ਸਮਝ ਲੱਗ ਗਈ ਕਿ ਇੱਥੇ ਸਿਸਟਮ ਐਂ ਚੱਲਦਾ। ਸਮਝ ਹਾਲਾਂਕਿ ਪਹਿਲਾਂ ਵੀ ਸੀਗੀ, ਪਰ ਇੱਕ ਉਹ ਰੈਪੂਟੇਟਡ ਬੰਦਾ ਹੋਣ ਕਰਕੇ ਟੀਵੀਆਂ ਦੇ ਉੱਤੇ ਆਉਂਦੇ ਆ, ਉਹ ਉਹਨਾਂ ਦੇ ਸ਼ੋਅ ਦੇ ਵਿੱਚ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ, ਅਤੇ ਬੜੇ ਜੋਬ ਵੀ ਉਹਨਾਂ ਨੇ ਮਤਲਬ ਕੈਨੇਡੀਅਨ ਓਫੀਸ਼ੀਅਲ ਦੇ ਵਿੱਚ ਰਹੀਆਂ। ਸੋ ਇੱਦਾਂ ਦੇ ਲੋਕ ਵੀ ਜਦੋਂ ਮਤਲਬ ਤੁਹਾਨੂੰ ਦਿਖਾਉਂਦੇ ਆ ਕਿ ਅਸੀਂ ਅੰਡਰ ਟੇਬਲ ਵੀ ਕੰਮ ਕਰਦੇ ਹਾਂ। ਮੈਂ ਕਈ ਕੇਸ ਪੁੱਛੇ ਉਹਨਾਂ ਤੋਂ ਕਿ ਆਹ ਕੇਸ ਨੇ, ਇਹਦੇ ਵਿੱਚ ਕੀ ਹੋ ਸਕਦਾ, ਪੋਸੀਬਿਲਿਟੀਜ਼। ਫੋਰ ਐਗਜ਼ਾਮਪਲ, ਮੈਂ ਇੱਕ ਕੇਸ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੇ ਕੋਈ ਬੰਦਾ ਇੱਥੇ ਅਸਾਈਲਮ ਕਲੇਮ ਕਰਦਾ, ਉਹਦਾ ਕੀ ਹਿਸਾਬ ਕਿਤਾਬ ਆ? ਕਹਿੰਦੇ ਘੱਟੋ ਘੱਟ ਵੀ $10,000 ਤੋਂ $15,000 ਫੀਸ ਲੱਗੂਗੀ। ਦੇਖੋ, ਜਿਹੜਾ ਬੰਦਾ ਜੈਨੂਅਨ ਹੈਗਾ ਉਹਨੂੰ ਲੋੜ ਨਹੀਂ ਹੈ, ਉਹਨੇ ਸਿੱਧਾ ਅਪਲਾਈ ਕਰਨਾ, ਉਹਨੂੰ ਲੋੜ ਨਹੀਂ ਹੈ 10-15,000। ਜਿਹੜੇ ਹੁਣ ਨਜਾਇਜ਼ ਆ ਉਹਨਾਂ ਨੇ ਦੇਣੇ ਹੀ ਦੇਣੇ ਆ, ਨੈਚੁਰਲੀ ਗੱਲ ਆ। ਉਹ ਫਿਰ ਭੱਜ ਕੇ ਦਿੰਦੇ ਆ ਕਿ ਚੱਲ 2-4-5 ਸਾਲ ਲੰਘਣਗੇ ਸਾਡੇ, ਅਤੇ ਦੇ ਦਿੰਦੇ ਆ, ਹੈ ਨਾ। ਉਹ ਸਲਾਹ ਆਪਾਂ ਨਹੀਂ ਦਿੰਦੇ। ਮੇਰੀ ਜਿਹੜੀ ਸਲਾਹ, ਤੁਸੀਂ ਆਪ ਕਰ ਸਕਦੇ ਹੋ, ਜੋਬ ਤੁਸੀਂ ਆਪ ਲੱਭ ਸਕਦੇ। ਉਦੋਂ ਥੋੜ੍ਹੀ ਜਿਹੀ ਨਾ ਬੰਦੇ
ਆਪਣੇ ਬਹਿ ਗਏ ਆ ਕੇ ਟੇਬਲਾਂ ਮਲਕ ਲਿਆ ਉਹਨਾਂ ਨੇ, ਇਸ ਕਰਕੇ ਮੈਨੂੰ ਥੋੜ੍ਹੀ ਜਿਹੀ ਦਿੱਕਤ ਹੋ ਰਹੀ ਸੀ ਗੱਲ ਕਰਨ 'ਚ। ਸੋ ਮੈਂ ਜਿਹੜੀ ਗੱਲ ਕਰ ਰਿਹਾ, ਜੋਬ ਬੈਂਕ ਦੇ ਉੱਤੇ ਜਾਓ ਤੁਸੀਂ, ਜੋਬ ਬੈਂਕ ਦੇ ਉੱਤੇ ਜਾ ਕੇ ਉੱਤੇ ਸਰਚ ਕਰੋ ਟੈਂਪਰੇਰੀ ਫੋਰਨਰ ਵਰਕਰਸ। ਉੱਥੇ ਤੁਹਾਨੂੰ ਬਹੁਤ ਗੋਰਿਆਂ ਦੇ ਕਾਰੋਬਾਰ ਮਿਲਣਗੇ ਜਿਨ੍ਹਾਂ ਦੇ ਕੋਲੇ ਆਲਰੇਡੀ LMIA ਹੈਗੀਆਂ ਨੇ, ਅਤੇ ਉਹ ਤੁਹਾਨੂੰ ਜੋਬ ਦੇਣਗੇ ਨਾ, ਕਿਉਂਕਿ ਉਹਨਾਂ ਕੋਲੇ ਬੰਦੇ ਜਿਹੜੇ ਪਹੁੰਚਦੇ ਆ ਉਹੀ ਪਹੁੰਚਣਗੇ ਜਿਹੜੇ ਗਰਜੂ ਹੋਣਗੇ। ਅਤੇ ਜਦੋਂ ਤੁਹਾਨੂੰ ਲੋੜ ਆ ਤੁਸੀਂ ਉਹਨਾਂ ਕੋਲੇ ਜਾਓ, ਉਹਨਾਂ ਨਾਲ ਕੰਟੈਕਟ ਕਰੋ, ਵਾਧੂ ਨੇ ਹੈ ਨਾ, ਕਿਤੇ ਵੀ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਜਿੱਥੇ ਮਰਜ਼ੀ ਹੈਗਾ ਤੁਸੀਂ ਅਪਲਾਈ ਕਰੋ। ਤੁਹਾਨੂੰ ਅਗਲੇ ਨੇ ਰਹਿਣ ਨੂੰ ਵੀ ਉਹਦੇ ਵਿੱਚ ਦਿੱਤੀ ਹੋਈ ਆ ਆਪਸ਼ਨ ਕਿ ਤੁਸੀਂ ਰਹਿ ਵੀ ਸਕਦੇ ਹੋ ਉੱਥੇ। ਸੋ ਇਹ ਤਾਂ ਗੱਲ ਹੈਗੀ ਹੈ, ਜਿਹੜੇ ਵਿਜ਼ਟਰ ਵੀਜ਼ਾ 'ਤੇ ਆਏ ਆ ਉਹ ਕਰ ਸਕਦੇ ਆ। ਤੁਸੀਂ ਬਿਜ਼ਨਸ, ਦੂਜਾ ਨੰਬਰ ਜਿਹੜਾ ਹੈਗਾ, ਤੁਸੀਂ ਬਿਜ਼ਨਸ ਆਪਦਾ ਕਰ ਸਕਦੇ ਹੋ ਇੱਥੇ, ਤੁਹਾਨੂੰ ਪੈਸਾ ਖਰਚਣ ਦੀ ਲੋੜ ਨਹੀਂ ਹੈ। ਮੇਰੀ ਗੱਲ ਸਮਝ ਲਓ, ਸਟਾਰਟਅਪ ਵੀਜ਼ਾ ਜਿਹੜਾ ਹੈਗਾ, ਤੁਸੀਂ ਕੈਨੇਡਾ ਦੀ ਵੈਬਸਾਈਟ ਤੇ ਜਾਓ, ਸਟਾਰਟਅਪ ਬਿਜ਼ਨਸ ਵੀਜ਼ਾ ਜਿਹੜਾ ਹੈਗਾ ਉਹਦੇ ਅੰਡਰ ਤੁਸੀਂ ਆਓ। ਤੁਹਾਡਾ ਰਿਸ਼ਤੇਦਾਰ ਭੈਣ ਭਾਈ ਹੈਗਾ, ਤੁਸੀਂ 35-40 ਹਜ਼ਾਰ ਜਦੋਂ LMIA ਖਰੀਦਣ ਵਾਸਤੇ ਲਾਉਣੇ ਤਾਂ ਇਹਦਾ ਮਤਲਬ ਤੁਹਾਡੇ ਕੋਲ 4 ਪੈਸੇ ਹੈਗੇ ਆ, ਤਾਂ ਹੀ ਤੁਸੀਂ ਉਸ ਚੀਜ਼ ਨੂੰ ਅਪਰੋਚ ਕਰਦੇ ਹੋ। ਸੋ ਮੇਰਾ ਕਹਿਣ ਦਾ ਮਤਲਬ ਜਿਹੜਾ ਹੈਗਾ ਕਿ ਤੁਸੀਂ ਇੱਥੇ ਇਨਵੈਸਟ ਕਰਨ ਨਾਲੋਂ ਉਹ ਪੈਸਾ ਆਪਦੇ ਅਕਾਊਂਟ 'ਚ ਹੋਵੇ ਤੁਹਾਡੇ ਇੱਕ ਨੰਬਰ 'ਚ, ਜਿਹੜਾ ਇਹਨਾਂ ਨੇ ਦੇਖਣਾ। ਤੁਸੀਂ ਕੁਛ ਕੰਪਨੀਆਂ ਨੇ ਜਿਹੜੀਆਂ ਲੋਨ ਦਿੰਦੀਆਂ ਨੇ, ਤੁਸੀਂ ਪੈਸਾ ਨਹੀਂ ਲਾਉਣਾ, ਉਹ ਉਹਨਾਂ ਦਾ ਕਲੀਅਰ ਲਿਖਿਆ ਹੈ ਕਿ ਤੁਹਾਨੂੰ 1 ਰੁਪਈਆ ਆਪਦੀ ਜੇਬ 'ਚੋਂ ਖਰਚਣ ਦੀ ਲੋੜ ਨਹੀਂ। ਤੁਸੀਂ ਬਿਜ਼ਨਸ ਪਲਾਨ ਬਣਾਉਣਾ, ਤੁਸੀਂ ਅਪਲਾਈ ਕਰਨਾ, ਉਹਨਾਂ ਨੂੰ ਬਿਜ਼ਨਸ ਪਲਾਨ ਦੇਣਾ, ਉਹਨਾਂ ਨੂੰ ਤੁਹਾਡਾ ਬਿਜ਼ਨਸ ਵਧੀਆ ਲੱਗਦਾ ਤੁਹਾਨੂੰ ਉਹ ਲੋਨ ਦੇਣਗੇ। ਮਿਨੀਮਮ ਜਿਹੜਾ ਲੋਨ ਲੈਣਾ ਤੁਸੀਂ 75,000 ਉਹਨਾਂ ਤੋਂ ਲੈਣਾ, ਤੁਸੀਂ ਵੱਧ ਵੀ ਲੈ ਸਕਦੇ ਹੋ ਐਜ਼ ਏ ਕੀ ਤੁਹਾਡਾ ਪਲਾਨ ਆ, ਪਰ ਮਿਨੀਮਮ ਜਿਹੜਾ ਹੈਗਾ ਕਿ ਤੁਹਾਡਾ $75,000 ਤੁਸੀਂ ਉਹਨਾਂ ਤੋਂ ਲੈਣਾ, ਇਹ ਉਹਦੀ ਕੰਡੀਸ਼ਨ ਆ। ਅਤੇ ਇਨਕਮ ਜਿਹੜੀ ਹੈਗੀ ਆ ਉਹਦੇ ਬਾਰੇ ਵੀ ਉਹਨਾਂ ਨੇ ਸਾਰਾ ਡਿਟੇਲ ਦਿੱਤੀ ਹੋਈ ਹੈ। ਤੁਸੀਂ ਫਾਰਮ ਦੇ ਵਿੱਚ ਜਾਓ, ਜਦ ਤੁਸੀਂ ਸਟਾਰਟਅਪ ਬਿਜ਼ਨਸ ਜਿਹੜਾ ਵੀਜ਼ਾ ਹੈਗਾ ਉਹਦੇ ਬਾਰੇ ਤੁਸੀਂ ਰਿਸਰਚ ਕਰੋਗੇ। ਮੈਂ ਲਾ ਵੀ ਦਿੰਦਾ ਇੱਥੇ, ਮੇਰੇ ਕੋਲ ਹੈਗਾ ਆਈ ਥਿੰਕ ਸਕਰੀਨਸ਼ਾਟ, ਇਹਨੂੰ ਦੇਖ ਲਓ। ਇੱਥੇ ਕਲੀਅਰ ਲਿਖਿਆ ਹੋਇਆ, ਇਹ ਪੇਜ 'ਤੇ ਜਾਓ, ਇਹ ਪੇਜ ਦੇ ਉੱਤੇ ਜਾ ਕੇ ਤੁਸੀਂ ਜਦੋਂ ਦੇਖਣਾ, ਜਾਂ ਮੈਂ ਲਿੰਕ ਪਾ ਦੂੰਗਾ ਇਹਦਾ ਹੈ ਨਾ ਪੇਜ ਦਾ, ਉੱਥੇ ਜਾ ਕੇ ਉਹਨੂੰ ਪੜ੍ਹੋ ਕੀ ਲਿਖਿਆ ਉੱਥੇ। ਜਦੋਂ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗੂ, ਉਹਨਾਂ ਨੇ ਪੂਰਾ ਐਕਸਪਲੇਨ ਕੀਤਾ ਹੈ ਕਿਵੇਂ ਕਿਵੇਂ ਫਾਰਮ ਤੁਸੀਂ ਫਿਲ ਕਰਨਾ, ਕੀ ਰਿਕੁਆਇਰਮੈਂਟ ਆ। ਇੱਕ ਵਾਰੀ ਤੁਹਾਡਾ ਉਹਨਾਂ ਤੋਂ ਅਪਰੂਵ ਹੋ ਗਿਆ, ਤੁਸੀਂ ਵੀਜ਼ਾ ਅਪਲਾਈ ਕਰਨਾ। ਉਹਦੀ ਸ਼ਰਤ ਇੱਕ ਆ ਕਿ ਉਹਦੇ ਵਿੱਚ ਇੰਗਲਿਸ਼ ਜ਼ਰੂਰੀ ਆ, ਇਹ ਤੁਸੀਂ ਖਿਆਲ ਰੱਖਣਾ। ਜਿਹੜਾ ਘੱਟ ਪੜ੍ਹਿਆ ਲਿਖਿਆ ਵੀਰ ਆ ਉਹਨੂੰ ਤਾਂ ਫਿਰ LMIA ਵਾਸਤੇ ਜਾਣਾ ਪੈਣਾ, ਫਿਊਚਰ ਦੇ ਵਿੱਚ ਉਹਨੂੰ ਫਿਰ ਵੀ ਆਈਲੈਟਸ ਕਰਨੀ ਪੈਣੀ ਆ, ਉਦੋਂ ਬਿਨਾਂ ਗੁਜ਼ਾਰਾ ਨਹੀਂ। ਜਾਂ ਵਿਆਹ ਵੂ ਕਰਦੇ, ਜੇ ਕੋਈ ਯੰਗ ਮੁੰਡਾ ਤਾਂ ਵਿਆਹ ਹੋ ਕੇ PR ਹੋਊਗਾ ਇੱਥੇ, ਬਸ ਆਹੀ ਉਹਦਾ ਸੀਨ ਆ। ਬਾਕੀ ਆਈਲੈਟਸ ਬਹੁਤ ਜ਼ਰੂਰੀ ਆ ਹੈ ਨਾ। ਇੰਗਲਿਸ਼ ਤੁਹਾਡੀ ਮਿਨੀਮਮ ਜਿਹੜੀ ਹੈਗੀ ਇਹਨਾਂ ਦੀ ਉਹ ਤੁਹਾਨੂੰ ਆਉਣੀ ਚਾਹੀਦੀ ਆ। ਇਨ ਕਾਰਪੋਰੇਸ਼ਨ ਦੇ ਵਿੱਚ ਜਦੋਂ ਤੁਸੀਂ ਕਿਸੇ ਨਾਲ ਪਾਰਟਨਰਸ਼ਿਪ ਵੀ ਬਣਾ ਸਕਦੇ ਹੋ ਆਪਣੇ ਰਿਸ਼ਤੇਦਾਰ ਦੇ ਨਾਲ। ਤੁਸੀਂ ਮੰਨ ਲਓ ਹੁਣ ਰੈਸਟੋਰੈਂਟ ਦਾ ਤੁਹਾਨੂੰ ਕੁਛ ਭੇਜਤਾ ਫੋਰ ਐਗਜ਼ਾਮਪਲ, ਜਾਂ ਗਰੋਸਰੀ ਸਟੋਰ ਦਾ ਤੁਸੀਂ ਕਰਨਾ, ਉਹ ਸਾਰਾ ਚੀਜ਼ ਜਿਹੜੀ ਹੈਗੀ ਇੱਥੇ ਤੱਕ ਦੇਖੋ ਕਰਜ਼ੇ ਦੇ ਉੱਤੇ ਤੁਹਾਨੂੰ ਪਤਾ ਘਰ ਵੀ ਆ, ਗੱਡੀਆਂ ਵੀ ਆ, ਸਭ ਕੁਛ ਤੁਹਾਨੂੰ ਕਰਜ਼ਾ ਮਿਲਦਾ, ਖੁੱਲ੍ਹ ਕੇ ਦਿੰਦੇ ਆ ਕਰਜ਼ਾ ਇਹ। ਅਤੇ ਇਸ ਕਰਕੇ ਉਹ ਸਿੱਧਾ ਕਹਿੰਦੇ ਕਿ ਸਟਾਰਟਅਪ ਤੁਸੀਂ ਬਿਜ਼ਨਸ ਕਰਨਾ ਇੱਥੇ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਆਪਦੇ ਕੋਲ ਇਨਵੈਸਟ ਕਰਨ ਦੀ, ਅਸੀਂ ਦੇਵਾਂਗੇ ਪੈਸੇ ਤੁਸੀਂ ਕਰੋ। ਕਿਉਂਕਿ ਇਹੀ ਇਹਨਾਂ ਦਾ ਮੇਨ ਜਿਹੜਾ ਇਨਕਮ ਸੋਰਸ ਆ ਕੈਨੇਡਾ ਦਾ, ਉਹ ਇਹੀ ਆ ਕਿ ਇਹ ਪੈਸਾ ਛੱਡਦੇ ਆ ਲੋਕਾਂ ਨੂੰ ਥੋੜ੍ਹੇ ਸਮੇਂ ਦੇ ਵਿੱਚ ਹੀ, ਕਹਿੰਦੇ ਲਓ ਜੀ ਤੁਸੀਂ ਘਰ ਲੈ ਲਓ ਹੈ ਨਾ, 4 ਪੈਸੇ ਇਕੱਠੇ ਕਰ ਲਏ ਨੌਕਰੀ ਤੋਂ, ਡਾਊਨ ਪੇਮੈਂਟ ਦਿਓ ਇੰਨੀ ਅਤੇ ਘਰ ਲੈ ਲਓ, ਕਰੋੜਪਤੀ ਕਰ ਦਿੰਦੇ ਤੁਹਾਨੂੰ ਕਿਸ਼ਤਾਂ ਦੇ ਵਿੱਚ ਨਾ, ਲਾਈ ਚੱਲੋ। ਸੋ ਇਹ ਚੀਜ਼ ਹੈਗੀ ਆ ਇੱਥੇ, ਕੋਈ ਡਰਨ ਵਾਲੀ ਗੱਲ ਨਹੀਂ, ਘਬਰਾਉਣ ਵਾਲੀ ਗੱਲ ਨਹੀਂ। ਬਾਕੀ ਕਿਸੇ ਦਾ ਸਵਾਲ ਹੋਵੇ ਤੁਸੀਂ ਜ਼ਰੂਰ ਪੁੱਛੋ, ਕਮੈਂਟ ਵਿੱਚ ਕਰੋ। ਜੇ ਕੋਈ ਗੱਲ ਨਹੀਂ ਸਮਝ ਲੱਗੀ ਮੈਂ ਉਹਨੂੰ ਐਕਸਪਲੇਨ ਕਰ ਦੂੰਗਾ ਨੈਕਸਟ ਵੀਡੀਓ ਦੇ ਵਿੱਚ। ਬਾਕੀ ਸਟੂਡੈਂਟ ਦੀ ਗੱਲ ਆ ਗਈ, ਸਟੂਡੈਂਟ ਜਿਹੜੇ ਹੈਗੇ ਆ ਭਾਈ ਦੇਖੋ, ਤੁਹਾਨੂੰ ਤਾਂ ਇੰਨੀ ਓਪਰਚੁਨਿਟੀ ਦਿੱਤੀ ਆ ਗੌਰਮੈਂਟ ਨੇ, ਤੁਹਾਨੂੰ ਲੋੜ ਹੀ ਨਹੀਂ ਹੈਗੀ ਇੱਧਰ ਉੱਧਰ ਝਾਕਣ ਦੀ। ਤੁਸੀਂ ਆਪਣੀ ਪਹਿਲਾਂ ਸਟੱਡੀ ਵੱਲ ਹੀ ਧਿਆਨ ਦਿਓ। ਜਿਹੜਾ ਖਰਚਾ ਤੁਸੀਂ ਕਰ ਰਹੇ ਹੋ ਉਹ ਤੁਹਾਡਾ ਖਰਚਾ ਦੇਖ ਲਓ ਕਿ ਭਾਈ ਮੇਰਾ ਇੰਨਾ ਖਰਚਾ ਅਤੇ ਆਹ ਮੈਂ ਕੱਢਣਾ। ਪਰ ਤੁਸੀਂ ਆਪਣੇ ਸਰੀਰ ਦੇ ਉੱਤੇ ਇੰਨਾ ਬੋਝ ਨਾ ਪਾਓ ਕਿ ਤੁਹਾਨੂੰ ਤੁਸੀਂ ਨੀਂਦ ਦੇ ਵਿੱਚ ਤੁਰੇ ਫਿਰੋਗੇ, ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਸੀਂ ਫਿਰ ਮੈਨੂੰ ਇਹਦੀ ਜੋਬ ਮਿਲ ਜਾਵੇ, ਉਹਦੇ ਖਾਤਰ ਵੀ ਤੁਹਾਨੂੰ ਪੈਸੇ ਖਰਚਣੇ ਪੈਂਦੇ ਆ, ਤਨਖਾਹ ਘੱਟ ਲੈਣੀ ਪੈਂਦੀ ਆ। ਉਹ ਸਾਰਾ ਜਿਹੜਾ ਪ੍ਰੋਸੀਜਰ ਆ ਤੁਹਾਨੂੰ ਪਤਾ, ਤੁਸੀਂ ਸਮਝਦੇ ਹੋ ਉਸ ਚੀਜ਼ ਨੂੰ। ਮੇਨ ਤੁਹਾਡਾ ਫੋਕਸ ਹੋਣਾ ਚਾਹੀਦਾ ਕਿ ਤੁਸੀਂ ਸਟੱਡੀ ਕਰੋ,
ਤੁਹਾਡਾ ਜਿਹੜਾ ਸਟੱਡੀ ਖਰਚਾ ਉਹ ਨਿਕਲ ਜਾਵੇ, ਰਹਿਣ ਸਹਿਣ ਦਾ ਖਰਚਾ, ਉਸ ਤੋਂ ਬਾਅਦ ਤੁਹਾਡੇ ਕੋਲ ਸਟੱਡੀ ਨੂੰ ਟਾਈਮ ਹੋਵੇ। 2 ਸਾਲ ਤੁਸੀਂ ਸਟੱਡੀ ਕੀਤੀ, 3 ਸਾਲ ਦਾ ਤੁਹਾਡੇ ਕੋਲ ਵਰਕ ਪਰਮਿਟ ਆ ਜਾਣਾ, ਉਦੋਂ ਸਟੈਪ ਲੈਣਾ ਤੁਸੀਂ। 2 ਸਾਲ ਆਪਦੀ ਪੜ੍ਹਾਈ ਵੱਲ ਹੀ ਧਿਆਨ ਦਿਓ, ਫਿਰ ਤੁਸੀਂ ਦੇਖੋ ਕਿ ਤੁਹਾਡੀ ਕੀ ਸਟੱਡੀ ਆ, ਉਹਦੇ ਰਿਲੇਟਡ ਤੁਸੀਂ ਕੀ ਬਿਜ਼ਨਸ ਇੱਥੇ ਕਰਨਾ, ਉਸ ਵੱਲ ਧਿਆਨ ਦਿਓ। ਕਿਹੜਾ ਤੁਹਾਡਾ ਤੇ ਕੋਡ ਫਿੱਟ ਹੁੰਦਾ, ਨੌਕ NOC ਕਿਹੜੀ ਫਿੱਟ ਹੁੰਦੀ ਹੈ, ਨੌਕ A ਆ, B ਆ, C ਆ, 0 ਆ, ਵਟ ਐਵਰ, ਕਿਸ ਕੈਟਾਗਰੀ ਵਿੱਚ ਤੁਸੀਂ ਜਾਣਾ ਉਹ ਤੁਸੀਂ ਸਿਲੈਕਟ ਕਰਨਾ। ਤੁਹਾਡੀ ਸਟੱਡੀ ਰਿਲੇਟਡ ਜਿਹੜਾ ਵੀ ਹੈਗਾ ਕਿੱਤਾ, ਹੁਣ ਉਹਦੇ ਵਿੱਚ ਸੈਲਫ ਇੰਪਲਾਇਡ ਹੋ ਜਾਓ। ਕਹਿਣ ਦਾ ਮੇਰਾ ਮਤਲਬ ਤੁਸੀਂ ਇਨਕੋਰਪੋਰੇਸ਼ਨ ਜਿਹੜੀ ਹੈਗੀ ਆ, ਜਿਵੇਂ ਓਨਟਾਰੀਓ ਦੇ ਵਿੱਚ ਆਪਾਂ ਇੱਥੇ ਤੁਸੀਂ ਇਹਨਾਂ ਨਾਲ ਕਰੋ। $230 ਮੇਰੇ ਖਿਆਲ ਉਹਦੀ ਫੀਸ ਆ। ਸਵੇਰੇ ਤੁਸੀਂ ਅਪਲਾਈ ਕਰਨਾ, ਸ਼ਾਮ ਨੂੰ ਤੁਹਾਡੇ ਨਾਲ ਹੱਥ 'ਤੇ ਤੁਹਾਡੀ ਜਿਹੜੀ ਹੈਗੀ ਆ ਡੀਲ ਬਣ ਕੇ ਹੱਥ 'ਤੇ ਆ ਜਾਣੀ ਹੈ ਕਿ ਤੁਹਾਡੀ ਕਾਰਪੋਰੇਸ਼ਨ ਹੋ ਗਈ ਹੈ ਗਵਰਨਮੈਂਟ ਨਾਲ। ਹੁਣ ਤੁਸੀਂ ਕੋਈ ਬਿਜ਼ਨਸ ਲੈ ਲਓ, ਆਫਿਸ ਖੋਲ੍ਹ ਲਓ, ਉਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਕਰਨਾ। ਜੋ ਗਵਰਨਮੈਂਟ ਕਹਿ ਰਹੇ, ਆਫੀਸ਼ੀਅਲਸ ਕਹਿ ਰਹੇ, ਮੈਂ ਸਪੈਸ਼ਲੀ ਗੱਲ ਕੀਤੀ ਉਹਨਾਂ ਨਾਲ ਕਿ ਜੀ ਮੈਂ ਇੱਥੇ ਕੰਪਨੀ ਬਣਾਉਣੀ ਆ, ਆਪਣੀ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ, ਕੀ ਮੈਨੂੰ PR ਹੋਣਾ ਜ਼ਰੂਰੀ ਹੈ? ਕਹਿੰਦੇ ਬਿਲਕੁਲ ਨਹੀਂ, ਕੋਈ ਲੋੜ ਨਹੀਂ ਹੈ। ਕੀ ਮੈਨੂੰ ਵਰਕ ਪਰਮਿਟ ਦੀ ਲੋੜ ਹੈ? ਕਹਿੰਦੇ ਕੋਈ ਲੋੜ ਨਹੀਂ ਹੈ। ਤੁਸੀਂ ਕੰਮ ਕਰੋ, ਆਪਣਾ ਕੰਪਨੀ ਖੋਲ੍ਹੋ, ਬੰਦੇ ਰੱਖੋ, ਚੱਲਣ ਦਿਓ ਕੰਮ। ਜਿਹੜੀ ਤੁਹਾਡੀ ਪਾਰਟਨਰਸ਼ਿਪ ਆ ਉਹ ਤੁਹਾਡੀ ਹੋ ਜਾਣੀ ਹੈ ਪ੍ਰੋਵਿੰਸ ਦੇ ਨਾਲ। ਉਹਦਾ ਢਾਂਚਾ ਮਾਡਲ ਆ ਉਹ ਐਕਸਪਲੇਨ ਕੀਤਾ ਹੋਇਆ, ਉਹਨਾਂ ਦਾ ਇੱਕ ਚੈਨਲ ਵੀ ਹੈ ਇਸ ਟੌਪਿਕ ਦੇ ਉੱਤੇ, ਸਪੈਸ਼ਲੀ ਓਨਟਾਰੀਓ ਦਾ। ਉਹ ਤੁਸੀਂ ਜਾਓ, ਉੱਥੇ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਕਿ ਕਿਵੇਂ ਤੁਸੀਂ ਆਪਣਾ ਕਾਰੋਬਾਰ ਕਰ ਸਕਦੇ ਹੋ। ਤੇ ਦੇ ਆਰ ਵੈਰੀ ਹੈਪੀ, ਉਹ ਬੜੇ ਖੁਸ਼ ਆ ਜਿਹੜੇ ਲੋਕ ਇਸ ਸਟੈਪ 'ਤੇ ਜਾਂਦੇ ਆ। ਨੌਕਰੀਆਂ ਤਾਂ ਸਾਰੇ ਹੀ ਕਰਦੇ ਆ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਹੀ ਕਰਨਗੇ ਇਹ ਜਾਂ ਸਾਰੇ ਹੀ ਇੱਕ ਪਾਸੇ ਹੋ ਜਾਓ। ਮੈਨੂੰ ਪਤਾ ਇੱਥੇ ਕਈ ਲੋਕ ਸੁਣਨਗੇ, ਉਹਦੇ ਵਿੱਚੋਂ ਕਈਆਂ ਦੇ ਸਮਝ ਲੱਗੂਗੀ, ਕਈਆਂ ਦੇ ਨਹੀਂ ਲੱਗੂਗੀ, ਪਰ ਇਹਨਾਂ ਮੈਨੂੰ ਪਤਾ ਜਿਹਦੇ ਸਮਝ ਲੱਗ ਗਈ ਇੱਕ ਵਾਰੀ, ਫਿਰ ਉਹ ਬੰਦਾ ਪਿੱਛੇ ਨਹੀਂ ਮੁੜ ਕੇ ਦੇਖਦਾ ਤੇ ਸਿਕਿਉਰ ਫਿਊਚਰ ਹੋਊਗਾ। ਪਰ ਇੱਕ ਜਿਹੜਾ ਸਟਾਰਟਿੰਗ ਪੁਆਇੰਟ ਆ, ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਇਹ ਆ ਕਿ ਤੁਸੀਂ ਸਟੈਪ ਬਾਈ ਸਟੈਪ ਚੱਲਣਾ। ਤੁਸੀਂ ਸਟੂਡੈਂਟ ਹੋ, ਆਪਣੀ ਸਟੱਡੀ ਕੰਪਲੀਟ ਕਰੋ, ਵਰਕ ਪਰਮਿਟ ਤੁਹਾਡੇ ਕੋਲ ਆ ਗਿਆ, ਦੈਨ ਗੋ ਫॉर ਇਨਕੋਰਪੋਰੇਸ਼ਨ ਵਿਦ ਪ੍ਰੋਵਿੰਸ ਫੈਡਰਲ। ਸੋ ਸਾਰੀ ਗੱਲ ਧਿਆਨ ਨਾਲ ਜਿਹੜੀ ਕੀਤੀ ਆ ਉਹਨੂੰ ਸਮਝੋ, ਸਮਝ ਕੇ ਰਿਸਰਚ ਕਰੋ। ਡਿਪੈਂਡ ਹੋਣ ਦੀ ਕਿਸੇ ਦੇ ਉੱਤੇ ਲੋੜ ਨਹੀਂ ਹੈ, ਪਰ ਮੇਰਾ ਜਿਹੜਾ ਕੰਮ ਆ ਕਿ ਤੁਹਾਨੂੰ ਸੈਲਫ ਮੋਟੀਵੇਟ ਕਰਨਾ ਤੁਹਾਡਾ ਕਿ ਤੁਸੀਂ ਆਪ ਕਰ ਸਕਦੇ ਹੋ ਤੇ ਕਰੋ। ਤੇ ਕੋਈ ਇੱਥੇ ਇਹਨਾਂ ਦੇ ਵਿੱਚ ਕੋਈ ਉਹ ਨਹੀਂ ਹੈ ਭੇਦਭਾਵ, ਬੜੀ ਕਲੀਅਰ ਗੱਲ ਲਿਖੀ ਹੋਈ ਹੈ ਇਹਨਾਂ ਨੇ, ਬੜੀ ਸੋਹਣੀ ਇਨਫੋਰਮੇਸ਼ਨ ਦਿੱਤੀ ਹੈ ਜਿਹੜਾ ਤੁਸੀਂ ਜਿਹਨੂੰ ਫੋਲੋ ਕਰਕੇ ਤੁਸੀਂ ਅੱਗੇ ਆਪਣਾ ਇੱਕ ਬੈਟਰ ਫਿਊਚਰ ਜਿਹੜਾ ਹੈਗਾ ਉਹ ਐਸਟੈਬਲਿਸ਼ ਇੱਥੇ ਕਰ ਸਕਦੇ ਹੋ। ਇੰਨੀ ਗੱਲਬਾਤ ਆ, ਇੰਨੀ ਗੱਲਬਾਤ ਦੇ ਨਾਲ ਇਜਾਜ਼ਤ ਦਿਓ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ, ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ। ਜੇ ਤੁਹਾਡਾ ਕੋਈ ਜਾਣਕਾਰ ਹੈਗਾ ਜਿਹਨੂੰ ਇਸ ਚੀਜ਼ ਦੀ ਲੋੜ ਹੈਗੀ, ਉਹਦੇ ਨਾਲ ਸ਼ੇਅਰ ਕਰ ਦਿਓ। ਮੈਂ ਕੈਨੇਡਾ ਦੇ ਵਿੱਚ ਹੈਗਾ, ਇੰਸਟਾਗ੍ਰਾਮ ਦੇ ਉੱਤੇ DC ਸਾਹਿਬ 777 ਇਹ ਮੇਰੀ ID ਆ, ਉਹ 'ਤੇ ਮੈਨੂੰ ਮੈਸੇਜ ਕਰ ਲਿਓ ਜਦੋਂ ਮਰਜ਼ੀ, ਆਪਾਂ ਹਾਜ਼ਰ ਆ ਤੁਹਾਡੇ ਵਾਸਤੇ। ਬਾਕੀ ਜਿਹੜੇ ਸਿਆਣੇ ਲੋਕ ਆ ਉਹ ਫਿਰ ਆਪਦਾ ਗਿਆਨ ਨਾ ਵੰਡਣ ਕਿ ਆਏ ਨਹੀਂ, ਜਿਉਂ ਨਹੀਂ, ਫਲਾਨਾ ਨਹੀਂ, ਧਮਕਾ ਨਹੀਂ। ਉਹ ਆਪਦਾ ਗਿਆਨ ਆਪਦੇ ਕੋਲੇ ਰੱਖਣ, ਲੋਕਾਂ ਨੂੰ ਮਿਸਗਾਈਡ ਨਾ ਕਰਨ ਆ ਕੇ। ਸੋ ਆਹ ਗੱਲਬਾਤ ਆ ਜੀ। ਇੰਨੀ ਗੱਲਬਾਤ ਦੇ ਨਾਲ ਦਿਓ ਇਜਾਜ਼ਤ। ਸਭ 'ਚ ਬੈਠੇ ਪਰਮਾਤਮਾ ਨੂੰ ਮੇਰਾ ਨਮਸਕਾਰ, ਰੱਬ ਰੱਖਾ ਜੀ।